ਪੰਜਵੇਂ ਪਾਤਸ਼ਾਹ ਮਹਾਰਾਜ ਦਾ ਪਹਿਲਾ ਸ਼ਬਦ, ਫਿਰ ਪਹਿਲੇ ਪਾਤਸ਼ਾਹ ਦੇ ਸ਼ਬਦ, ਹੁਣ ਸ਼ਬਦ ਹਜ਼ਾਰੇ 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਉਚਾਰਨ ਕੀਤੇ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਮਹਾਰਾਜ ਨੇ 712 ਅੰਗ ਤੋਂ ਲੈ ਕੇ 715 ਅੰਗ ਦੇ ਕਰੀਬ 33 ਸਵਈਆਂ ਤੋਂ ਪਹਿਲਾਂ ਇਹ ਉਚਾਰਨ ਕੀਤੇ। ਸ਼ਬਦ ਹਜ਼ਾਰੇ, ਹਜ਼ਾਰ ਸ਼ਬਦ ਦਾ ਮਹਾਤਮ, ਔਰ ਇਹਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਸੋਹਣੀ ਸਿੱਖਿਆ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਸੋ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਤਾਂ ਮਹਾਰਾਜ ਨੇ ਲਿਖਣਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਸ਼ੁਰੂ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਆਰੰਭ ਹੋਇਆ। ਜਿੱਥੇ ਵੀ ਬਾਣੀ ਆਰੰਭ ਕਰਨੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਿਚਾਰ ਕਰਦਿਆਂ ਮੈਂ ਸ੍ਰੀ ਅਕਾਲ ਉਸਤਤ ਦੇ ਵਿੱਚ ਇੱਕ ਚੀਜ਼ ਪੜ੍ਹੀ, ਕਈ ਵਾਰ ਨਹੀਂ ਵੀ ਧਿਆਨ ਰਿਹਾ। ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਮੈਂ ਪ੍ਰਗਟ ਕਰਨ ਜਾ ਰਿਹਾ ਹਾਂ, ਇਹ ਨਹੀਂ ਕਿ ਪਹਿਲਾਂ ਕਿਸੇ ਬ੍ਰਹਮ ਗਿਆਨੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ। ਕਹਿੰਦੇ ਪਹਿਲਾਂ ਵੀ ਬ੍ਰਹਮ ਗਿਆਨੀ ਹੋਏ ਦੁਨੀਆ 'ਚ, ਉਹਨਾਂ ਨੂੰ ਪਤਾ ਵੀ ਲੱਗ ਗਿਆ ਸਾਰੀਆਂ ਗੱਲਾਂ ਦਾ, ਪਰ ਉਹ ਬੋਲੇ ਨਹੀਂ ਕੁਛ। ਉਹ ਡਰਦੇ, ਚੁੱਪ ਰਹੇ ਕਿ ਦੁਨੀਆ 'ਚ ਵਿਵਾਦ ਨਾ ਹੋ ਜਾਵੇ। ਫਲਾਨਾ ਦੇਵਤਾ ਕੀ ਕਹੇਗਾ, ਫਲਾਨਾ ਦੇਵਤਾ, ਉਹ ਕਾਨ ਕਰੋੜ 'ਚ ਰਹੇ ਥੋੜਾ ਜਿਹਾ। ਕਹਿੰਦੇ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਤਾਂ ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਬਿਲਕੁਲ ਸਹੀ ਗੱਲ ਕਹਾਂਗਾ, ਮੈਨੂੰ ਕਿਸੇ ਦਾ ਡਰ ਨਹੀਂ। ਤਾਂ ਅਕਾਲ ਉਸਤਤ ਦੇ ਵਿੱਚ ਮਹਾਰਾਜ ਨੇ ਬੜਾ ਕੁਝ ਲਿਖਿਆ। ਇੱਕ ਪ੍ਰਮਾਣ ਮੈਨੂੰ ਯਾਦ ਹੈ, ਕਦੇ ਵਾਹਿਗੁਰੂ ਨੇ ਮਿਹਰ ਕੀਤੀ ਜ਼ਿੰਦਗੀ 'ਚ ਆਪਾਂ ਆਮਣੇ ਸਾਹਮਣੇ ਇਹਦੀ ਵਿਚਾਰ ਕਰਾਂਗੇ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਨੂੰ ਤੁਸੀਂ ਕੀ ਸਮਝਦੇ ਹੋ? ਮਹਾਰਾਜ ਕਹਿੰਦੇ ਸੂਰਜ ਨੂੰ ਦੇਖ ਕੇ ਕੌਣ ਖਿੜਦਾ? ਕਮਲ ਦਾ ਫੁੱਲ। ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਦੀ ਤਾਂ ਕਿੰਨੀ ਉਪਮਾ, ਕਹਿੰਦੇ ਕਮਲ ਦਾ ਫੁੱਲ ਹੀ ਕਹਿਣਾ ਚਾਹੀਦਾ ਹੁਣ ਤਾਂ, ਬਸ ਇੰਨੀ ਕੀ ਗੱਲ ਹੀ ਉਹਦੇ ਵਿੱਚ। ਜਿਹੜਾ ਬੰਦਾ ਚੰਦਰਮਾ ਨੂੰ ਦੇਵਤਾ ਮੰਨ ਕੇ ਮੱਥਾ ਟੇਕਦਾ, ਚੰਦਰਮਾ ਨੂੰ ਦੇਖ ਕੇ ਕਵੀ ਖਿੜਦੀ ਰਾਤ ਨੂੰ ਚਿੱਟੇ ਰੰਗ ਦੀ ਨੀਲੋਫਰ, ਇਹਦਾ ਨਵਾਂ ਨਾਮ ਨੀਲੋਫਰ ਜਿਹੜਾ ਆਪ ਨੂੰ ਫੁੱਲ ਕਹਿੰਦੇ ਨੇ। ਸੋ ਕਹਿੰਦੇ ਉਸ ਫੁੱਲ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਨੇ। ਕਵੀਆਂ ਖਿੜਗੀਆਂ ਚਿੱਟੇ ਰੰਗ ਦੀਆਂ ਪਾਣੀ ਵਿੱਚ। ਕਹਿੰਦੇ ਚੰਦਰਮਾ ਨੂੰ ਦੇਖ ਕੇ ਜਿਹੜਾ ਬੰਦਾ ਖਿੜਦਾ ਹੈ, ਪੂਜਾ ਕਰਦਾ ਹੈ, ਉਹਦੀ ਕੀਮਤ ਕਿੰਨੀ ਕਿ ਨੀਲੋਫਰ ਦੇ ਫੁੱਲ ਜਿੰਨੀ ਆ ਬਸ। ਇਸ ਤੋਂ ਵੱਧ ਬੁੱਕਤ ਨਹੀਂ ਹੈ ਉਹਦੀ ਕੋਈ। ਮਹਾਰਾਜ ਨੇ ਐਸੇ ਪ੍ਰਮਾਣ ਦਿੱਤੇ। ਉਹਨਾਂ ਪ੍ਰਮਾਣਾਂ ਨੂੰ ਜੇ ਆਪਾਂ ਖੋਦੇ ਪੜ੍ਹ ਲਈਏ ਤਾਂ ਚੰਗਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਸਵਾਹ ਨਾਲ ਬੰਦਾ ਤਰਦਾ ਹੋਵੇ ਤਾਂ ਗਧਾ ਸਵਾਹ ਵਿੱਚ ਹੀ ਲੇਟਦਾ। ਐਸੇ ਪ੍ਰਮਾਣ ਦੇ ਕੇ, ਕਿਤਨੇ ਹੀ ਪ੍ਰਮਾਣ ਦੇ ਕੇ ਫਿਰ ਇੱਕ ਆਪਣਾ ਵਿਚਾਰ ਦਿੰਦੇ ਨੇ ਪੌੜੀ ਦੇ ਅਖੀਰ ਦੇ ਵਿੱਚ। ਫਿਰ ਕਿੰਨੇ ਪ੍ਰਮਾਣ ਦੇ ਕੇ ਫਿਰ ਆਪਣਾ ਵਿਚਾਰ ਦਿੰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ ਵੀ ਆਪਾਂ ਨੂੰ ਇਹੀ ਉਪਦੇਸ਼ ਕੀਤਾ। ਰਾਮਕਲੀ ਪਾਤਸ਼ਾਹੀ 10ਵੀਂ, ਰਾਮਕਲੀ ਰਾਗ ਹੈ, ਪਾਤਸ਼ਾਹੀ 10ਵੀਂ। ਪਾਤਸ਼ਾਹੀ 10 ਨਹੀਂ ਬੋਲਣਾ, ਇੱਥੇ ਵੀ ਲਿਖਿਆ ਆਵੇ ਪਾਤਸ਼ਾਹੀ 10ਵੀਂ ਮਹੱਲਾ। ਸੋ ਮਹੱਲਾ ਵੀ ਤੇ ਪਾਤਸ਼ਾਹੀ ਵੀ ਅਰਥ ਇੱਕੋ ਹੀ ਹੈ ਦੋਵਾਂ ਦਾ, ਪਰ ਮਹਾਰਾਜ ਨੇ ਪਾਤਸ਼ਾਹੀ 10ਵੀਂ ਅੱਖਰ ਵਰਤਿਆ। ਮਹਾਰਾਜ ਫਰਮਾਉਂਦੇ ਨੇ ਬਚਨ, ਰਹਾਉ ਦੀਆਂ ਪੰਗਤੀਆਂ ਪਹਿਲੀਆਂ ਹੀ ਨੇ। ਰੇ ਮਨ ਐਸੋ ਕਰ ਸੰਨਿਆਸਾ, ਸੰਨਿਆਸ ਧਾਰਨ ਕਰਨ ਵਾਲੇ ਲੋਕ ਬਹੁਤ ਸਨ। ਪਹਿਲਾਂ ਤਾਂ ਇਹੀ ਹਾਲ ਸੀ ਲੋਕਾਂ ਦਾ, ਬਸ ਘਰਾਂ ਤੋਂ ਤੁਰ ਪੈਣਾ, ਸੰਨਿਆਸ ਧਾਰ ਲਿਆ। ਸਾਧੂਆਂ ਦੇ ਟੋਲਿਆਂ ਦੇ ਟੋਲੇ ਫਿਰਦੇ, ਪਰ ਉਹਨਾਂ ਨੇ ਨਾ ਤਾਂ ਕੁਛ ਆਪਣਾ ਸੁਧਾਰਿਆ ਨਾ ਦੁਨੀਆ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦੇ ਨਾਲ ਨਾਰਾਜ਼ ਸਨ ਕਿ ਹਰੇਕ ਬੰਦਾ ਜਦ ਘਰੋਂ ਤੰਗ ਹੋਇਆ, ਚਲੋ ਮੈਂ ਚੱਲਿਆ ਸਾਧੂ ਬਣਨ। ਹਰੇਕ ਬੰਦਾ ਹੀ ਇਹ ਸਾਧੂ ਬਣ ਗਿਆ, ਜਾ ਕੇ ਜੰਗਲਾਂ 'ਚ ਬੈਠ ਗਿਆ, ਮੌਜਾਂ ਲੱਗੀਆਂ। ਨਿਆਣੇ ਘਰ ਰੋਂਦੇ ਨੇ, ਇਸਤਰੀ ਨੂੰ ਖਾਣ ਨੂੰ ਨਹੀਂ ਮਿਲਦਾ। ਇਹ ਦੁਨੀਆ 'ਚ ਇੱਕ ਬੜਾ ਭਾਰੀ ਗੁਨਾਹ ਹੋ ਰਿਹਾ ਸੀ।
बड़े जुगां तो यह बच्चों ते इस्त्रियां ते एक जुल्म हो रहा सी। पहला शादी करा ली, बाल बच्चे हो गए, फिर कमाइयां करनियां नहीं, नखट्टू हो के बह जाना, साधुओं नाल रल के जाके जंगलों 'च बह जाना, मंग तंग के खा लेना, हम साधु बाबा बन गए। महाराज 10वें पातशाह कहते रे मन ऐसो कर संन्यासा, ये मेरे मना यह जिहा संन्यास कर, तैनू जंगल च संन्यासीआ जाण दी की लोड़ पै गई। बन से सदन सबै कर समझो, सदन तो भाव घर हुंदे ने, बन से एक घर ही जंगल वर्गे समझ लो। तो जद रात नूं दुनिया सौ जाती है 12 वजे तो लैके सवेरे 4-5 बजे तक जंगल ही हुंदा, उजाड़ पई है, सड़कां खाली पईयां हुंदियां ने, कोई आवाज़ नहीं आउंदी, सब लोग सुते पए ने, जंगल ही जंगल है एक प्रकार का। इस करके हुण तां जे लाइट चली जाए तो लगता वाकई जंगल 'च ही बैठे हैं। इस करके महाराज सच्चे पातशाह कहते बांसे सदन सबै कर समझो, इन्हां घरां नूं ही जंगल वर्गे समझ लो। तो घर विच भी तां बेल बूटे लाए हुए ने, पहला जंगल जाओगे घर बार छड्ड के, फिर उत्थे झोंपड़ी बनाओगे, किसी गुफा च रहोगे, फिर पता नहीं कितों मंग तंग के लियाओगे, फिर खाओगे, बाल बच्चे भुखे मरते ने, फिर घरां विच सुरतियां घुमदियां रहिंदियां ने। घर दे विच रहिंदियां होइयां जंगल समझ के संसार नूं मन ही माहे उदासा, कहने मन दे अंदर ही बैरागवान हो जाओ। बाहरों देखण नूं जरूर काम तां करना ही पैंदा, उत्थे जाके भी तां करदे ही हो, उत्थे भी तां इंज ड्यूटियां लगदियां जिवें घर 'च ड्यूटियां हुंदियां, डेरियां विच भी इंज ड्यूटियां लगदियां, उत्थे किहड़ा काम घट हुंदा, उत्थे समझो घर नालों भी ज़्यादा काम हुंदा, बहुता ज़्यादा काम हुंदा। ते घर दे विच तां 4 भांडे हुंदे ने, उत्थे पता नहीं किन्ने 4000 भांडा मांजण वाला पिया हुंदा। घर दे विच तां बंदा कोई आराम कर लैंदा, उत्थे तां आराम भी नहीं है, सारी जिंदगी बंदे नूं आराम नहीं मिलदा। महाराज कहने फिर क्यों नहीं अपने घरे बह जांदे आराम नाल टेक के, मन दे अंदर उदासी विराग धारण करके, उहदे नाल ही चंगा विराग सब तो वड्डी चीज़ है। विश्राम दे के फरमाउंदे ने, कहते एडियां एडियां लंबियां जटां जो रखियां, देखण नूं बंदा जटां रखण वाला लगदा बहुत साधु महात्मा कोई हैगा, पर जे उहनूं आपां पुछीए क्यों बाबा जी काम क्रोध ने खिहड़ा छड्डता तुहाडा, पहलां तां कहूगा कैसियां गल्लां करदा तूं, असीं एडे वड्डे साधु, हौली हौली गोडी गोडी हथ ला के बनाई, नहीं दसो तो सही ना बई काम ने कित्थे खिहड़ा छड्डिया साडा। महाराज फिर हस पे कहंदे एडियां जटां वधाउण दा की फायदा बाबा जी, जत की जटा, ਜਿਹੜੀਆਂ जटां ने असल विच बंदे दे अंदर है जत रखना, जत पहारा, धीरज सुनियार, आहरण मतवेद हथियार, जत दी जटा होनी चाहिए। जटां ਜਿਹੜੀਆਂ ने ये डुप्लीकेट समान, बोहड़ का दुध लैके चो चो के बाटा भर लिया, नहा धो के चंगी तरह केसी, वो बोहड़ का दुध फिर केसां नूं ला लिया सारिਆਂ ਨੂੰ, वो जुड़ गईयां, वो गोल गोल जटां बन गईयां। इस करके क्योंकि आपां देखिया इत्थे भी बोहड़ सी, तो वो किन्नियां थल्ले तक तिड़ां जिहियां लमकदियां सी ਉਹਨੂੰ। ਹੁਣ ਉਹਦਾ बोहड़ ਦਾ ਦੁੱਧ ਹੁੰਦਾ ही है ਜਾਂ ਜੇ ਇੱਥੇ ਲਾ ਤਾਂ चिपक ਜਾਂਦੀ चीज़ तो जटां जिहियां बन ਜਾਂਦੀਆਂ, ਗਿੱਟਿਆਂ तक लंबियां जटां, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰਿਆ ਪਿਆ। ਮਹਾਰਾਜ ਕਹਿੰਦੇ ਇਹਦਾ ਕੀ ਫਾਇਦਾ ਹੈ, ਇਸ ਕਰਕੇ ਜਤ ਰੱਖੋ, ਇਹੀ ਜਟਾਂ ਨੇ। ਜੋ ਕੋ ਮੱਜਨ, ਜਿਹੜਾ ਮੱਜਨ ਹੁੰਦਾ ਪੁਰਬ ਦਾ ਵਿਸ਼ੇਸ਼ ਇਸ਼ਨਾਨ ਕਰਨਾ, ਸੂਰਜ ਗ੍ਰਹਿਣ ਦਾ ਇਸ਼ਨਾਨ, ਦੂਜਾ ਇਸ਼ਨਾਨ, ਤੀਜਾ ਇਸ਼ਨਾਨ, ਕੁੰਭ ਦਾ ਇਸ਼ਨਾਨ, ਅਰਧ ਕੁੰਭੀ ਇਸ਼ਨਾਨ, ਕੱਤੇ ਦੀ ਪੂਰਨਮਾਸ਼ੀ ਦਾ ਇਸ਼ਨਾਨ, ਕਈ ਇਸ਼ਨਾਨ ਮੰਨੇ ਨੇ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਜੋਗ ਕੋ ਮੱਜਨ, ਜਿਹੜਾ ਜੋਗ ਜੁੜਨਾ ਨਾ ਪਰਮੇਸ਼ਰ ਨਾਲ, ਇਹੀ ਮੱਜਨ ਹੈ। ਨੇਮ ਕੇ ਨਖਨ ਵਢਾਓ, ਹੁਣ ਨੌ ਵਧਾ ਲਏ ਲੰਮੇ ਲੰਮੇ। ਅਸਲ ਵਿੱਚ ਤੇ ਇਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਐਸੀਆਂ ਚੀਜ਼ਾਂ ਕਰਦੇ ਨੇ, ਕਿਉਂ ਆਪਾਂ ਸੁਤੇ ਸਿਰ ਸੜਕ ਤੇ ਤੁਰੇ ਜਾ, ਆਪਣੇ ਵੱਲ ਕਿਸੇ ਨੇ ਦੇਖਣਾ ਨਹੀਂ। ਪਟਿਆਲੇ ਦਾ ਹੀ ਰਹਿਣ ਵਾਲਾ, ਪੈਂਟ ਕਮੀਜ਼ ਪਾਈ ਹੋਈ ਹੈ, ਕੋਈ ਹੋਣਾ ਦਫ਼ਤਰ ਦਾ ਬੰਦਾ, ਕੋਈ ਦੁਕਾਨਦਾਰ ਹੋਣਾ,
पर जदों बाबा जी लंघे लंमियां जटां वाले तां एकदम दुनिया का ध्यान उधर ਨੂੰ होया। लंमियां जटां वाले तां कई देखे ने, पर फुट फुट 9 ਵਧਾਏ ਹੋਏ ਨੇ, ਉਹਨੂੰ ਦੇਖਣ ਲਈ ਸਾਰੇ ਇਕੱਠੇ ਹੋ ਜਾਂਦੇ। ਫਿਰ ਉਹ ਪ੍ਰੈਸ ਵਾਲੇ ਆ ਜਾਂਦੇ, ਫਿਰ ਉਹਦੀ ਫੋਟੋ ਆਉਂਦੀ ਅਖਬਾਰ 'ਚ, ਇੰਨੇ ਫੁੱਟ ਲੰਮੇ 9 ਬਾਬਾ ਜੀ ਪ੍ਰਗਟ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ 9 ਏਡੇ ਏਡੇ ਵਧਾਏ ਨੇ, ਕੋਈ ਨਿਤਨੇਮ ਵੀ ਕਰਦਾ ਕਿ ਨਹੀਂ, ਕਿ ਲੋਕਾਂ ਨੂੰ 9 ਦਿਖਾ ਦਿਖਾ ਕੇ ਬੱਲੇ ਬੱਲੇ ਖੱਟੀ ਜਾਣਾ। ਨੇਮ ਕੇ ਨਖਨ ਵਢਾਓ, ਨਿਤਨੇਮ ਦੇ 9 ਵਧਾਓ ਜੇ ਵਧਾਉਣੇ ਆ। ਜਿੱਥੇ 5 ਬਾਣੀਆਂ ਕਰਦੇ ਹੋ ਤੁਸੀਂ, ਇਹ ਤਾਂ ਆਪਾਂ ਨੂੰ ਵੀ ਵਿੱਚ ਕਹਿ ਰਹੇ ਨਾਲ, 5 ਬਾਣੀਆਂ ਦੀ ਜਗ੍ਹਾ ਤੇ ਉੱਥੇ 10 ਕਰ ਲਓ, ਫਿਰ ਤਾਂ ਮੰਨੀਏ 9 ਵਧਾ ਲੈ। 9 ਵਧਾਉਣ ਦਾ ਕੀ ਫਾਇਦਾ? 9 ਜੇ ਸਾਬਣ 'ਚ ਖੁੱਭ ਜੇ ਕਿਤੇ ਤਾਂ ਵਾਪਸ ਖਿੱਚੋ ਤਾਂ ਸਾਰਾ 9 ਸਾਬਣ 'ਚ ਹੀ ਰਹਿ ਜਾਂਦਾ। 9 ਵਧਾਉਣਾ ਡਾਕਟਰ ਮਨਾ ਕਰਦੇ, 9 ਨਹੀਂ ਵਧਾਈ ਦੇ ਵੀ ਇਹਦਾ ਮੈਲ ਫਸ ਜਾਂਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਅੰਦਰ ਜਦੋਂ ਕੋਈ ਅਜੀਬੋ ਗਰੀਬ ਜੀ ਹਸਤੀ ਸਾਹਮਣੇ ਆਉਂਦੀ ਤਾਂ ਲੋਕ ਭੱਜ ਭੱਜ ਕੇ ਦੇਖਣ ਜਾਂਦੇ ਨੇ, ਪਰ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਜਤ ਰੱਖੋ, ਯੋਗ ਦੀ ਕਮਾਈ ਭਾਵ ਜੁੜਨਾ ਪਰਮੇਸ਼ਰ ਨਾਲ ਤੇ ਨੇਮ ਦੇ 9 ਵਢਾਉਣੇ ਆਪਣੇ। ਗਿਆਨ ਗੁਰੂ, ਜਿਹੜਾ ਆਪਣਾ ਗੁਰੂ ਹੈ ਵੱਡਾ, ਉਹ ਕੌਣ ਹੈ? ਗਿਆਨ। ਤੇ ਗਿਆਨ ਗੁਰੂ ਤੇ ਗੁਰੂ ਗਿਆਨ ਦੋਨੋਂ ਇੱਕੋ ਹੀ ਰੂਪ ਨੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤਾਂ ਮਹਾਰਾਜ ਕਹਿੰਦੇ ਗਿਆਨ ਗੁਰੂ, ਜਿਹੜਾ ਗਿਆਨ ਹੈ ਇਸੇ ਨੂੰ ਹੀ ਗੁਰੂ ਬਣਾਓ। ਆਤਮ ਉਪਦੇਸੋ, ਇਹਦੇ ਨਾਲ ਆਪਣੇ ਆਤਮ ਮਨ ਨੂੰ ਉਪਦੇਸ਼ ਕਰੋ। ਇਕੱਲੇ ਬਹਿ ਜਾਓ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੋ, ਗਿਆਨ ਹੀ ਗਿਆਨ ਹੈ। ਜਪਜੀ ਸਾਹਿਬ ਵਿੱਚ ਗਿਆਨ ਹੀ ਗਿਆਨ ਹੈ। ਇਹ ਗਿਆਨ ਹੀ ਜਿਹੜਾ ਸਾਡਾ ਗੁਰੂ ਹੈ। ਇਹ ਕਥਾ, ਇਹ ਸ਼ਬਦ ਦੀ ਕਥਾ, ਇਹ ਸ਼ਬਦ ਦੀ ਵਿਚਾਰ, ਇਹ ਗਿਆਨ ਹੈ। ਇਹੀ ਸਾਡਾ ਗੁਰੂ ਹੈ। ਇਸੇ ਨਾਲ ਆਪਣੇ ਮਨ ਨੂੰ ਉਪਦੇਸ਼ੋ, ਸਮਝਾਓ। ਮਨ ਨੂੰ ਸਮਝਾਉਣਾ ਹੀ ਉਪਦੇਸ਼ ਦੇਣਾ ਹੈ। ਤੇ ਪਿੰਡੇ ਦੇ ਉੱਤੇ ਲੋਕ ਸਵਾਹ ਮਲਦੇ, ਗੋਹਾ ਇਕੱਠਾ ਕਰਕੇ ਬਾਲ ਕੇ, ਜਦੋਂ ਬਿਲਕੁਲ ਠੰਡਾ ਹੋ ਗਿਆ ਕੱਪੜ ਛਾਣ ਕਰਕੇ ਬਟੂਆ ਭਰ ਲੈਂਦੇ ਨੇ ਕੱਪੜੇ ਦਾ। ਨਹਾਉਂਦੇ ਵੀ ਨੇ ਮਾੜਾ ਮੋਟਾ ਕਿਤੇ, ਫਿਰ ਪਿੰਡੇ ਤੇ ਸਵਾਹ ਮਲ ਲੈਂਦੇ ਨੇ। ਜੇ ਪੁੱਛੋ ਬਾਬਾ ਜੀ ਇਹ ਸਵਾਹ ਮਲੀ ਹੈ, ਉਹ ਕਹਿੰਦਾ ਹਮ ਤੋਂ ਜਿੰਦਾ ਹੀ ਮੁਰਦਾ ਹੈ, ਮਰੇ ਹੋਏ ਪਹਿਲਾਂ ਹੀ। ਲੋਕਾਂ ਨੂੰ ਇਸ ਢੰਗ ਨਾਲ ਆਪਣੇ ਵੱਲ ਖਿੱਚਣਾ ਕਿ ਲੋਕ ਵੀ ਬੜੇ ਪ੍ਰਭਾਵਿਤ ਹੋ ਜਾਣ ਵੀ ਸਵਾਹ ਜਿਉਂਦੇ ਨੇ ਮਲੀ ਹੋਈ ਆ। ਇਹ ਤਾਂ ਬੜੇ ਪਹੁੰਚੇ ਮਹਾਂਪੁਰਸ਼ ਨੇ। ਮਹਾਰਾਜ ਕਹਿੰਦੇ ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਤਾਂ ਸਾਫ਼ ਕਹਿਣਾ ਨਾਮ ਵਿਭੂਤ ਲਗਾਓ। ਕਹਿੰਦੇ ਜੇ ਵਿਭੂਤੀ ਪਿੰਡੇ ਨੂੰ ਮਲਣੀ ਆ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ। ਸੋ ਮਹਾਰਾਜ ਕਹਿੰਦੇ ਪਿੰਡੇ ਨੂੰ ਵਿਭੂਤੀ ਲਾਉਣੀ, ਰੋਮ ਰੋਮ ਸਿਮਰਨ ਦੀ ਵਿਭੂਤੀ ਲਾਓ। ਹਰੇਕ ਰੋਮ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ, ਇਹ ਤਾਂ ਹੈ ਵਿਭੂਤੀ। ਰੋਜ਼ ਸੁਆਹ ਮਲ ਲਈ, ਰੋਜ਼ ਨਹਾ ਲਏ। ਸੁਆਹ ਮਲਣ ਦੇ ਨਾਲ ਜੇ ਭਲਾ ਹੋਵੇ ਤਾਂ ਫਿਰ ਖੋਤੇ ਸਾਰਿਆਂ ਨਾਲੋਂ ਪਹਿਲਾਂ ਤਰਨੇ ਚਾਹੀਦੇ, ਫਿਰ ਉਹ ਰੋਜ਼ ਸੁਆਹ 'ਚ ਲਿਟਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੱਥੇ ਤਾਂ ਮਿਲ ਗਿਆ ਫਿਰ ਰੱਜ ਰੱਜ ਕੇ ਖਾਣਾ, ਖਾ ਖਾ ਕੇ ਸੌਂ ਜਾਣਾ, ਸੌਂ ਕੇ ਵਿਸ਼ੇ ਵਿਕਾਰ ਪੈਦਾ ਹੋਣੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਭਾਈ ਤੁਸੀਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਕਰਮ ਕਰੋ, ਅਲਪ ਆਹਾਰ, ਆਹਾਰ ਜਿਹੜਾ ਅਲਪ ਥੋੜਾ ਜਿਹਾ ਭੁੱਖ ਰੱਖ ਕੇ ਖਾਣਾ, ਜ਼ਿਆਦਾ ਨਾ ਖਾਣਾ। ਅਲਪ ਆਹਾਰ ਕਰਕੇ ਫਿਰ ਸੁਲਪ ਸੀ ਨਿੰਦਰਾ। ਅਲਪ ਤੇ ਸੁਲਪ ਦਾ ਇੱਕੋ ਹੀ ਮਤਲਬ ਹੈ। ਸੁਲਪ ਹੁੰਦੀ ਥੋੜੀ ਜੀ ਨੀਂਦ ਲਓ। ਹਿਸਾਬ ਕਿਤਾਬ ਦੀ ਨੀਂਦ ਠੀਕ ਹੈ, 12-12 ਘੰਟੇ ਸੌਣਾ, ਉੱਠਣਾ ਹੀ ਨਹੀਂ, ਬਸ ਇੱਕੋ ਹੀ ਗੱਲ ਕਹਿਣੀ ਮੈਂ ਰਾਤ ਨਾ 12 ਵਜੇ ਸੁੱਤਾ, ਫਿਰ 10 ਵਜੇ ਉੱਠਣਾ ਜਾ ਕੇ, ਪਹਿਲ ਮੈਂ ਰਾਤ ਲੇਟ ਸੁੱਤਾ। ਨੀਂਦ ਇੰਨੀ ਕਿ ਹੈ, ਚਲੋ ਬੱਚਿਆਂ ਦੀ ਨੀਂਦ ਤੇ ਜ਼ਿਆਦਾ ਹੁੰਦੀ, ਜਦੋਂ ਉਮਰ ਵੱਡੀ ਹੋ ਜਾਏ ਥੋੜੀ ਜਿਹੀ ਠੀਕ ਢੰਗ ਨਾਲ ਤਾਂ 12 ਵਜੇ ਸੌਂ ਕੇ ਬਹੁਤੇ ਜ਼ਿਆਦਾ 2 ਘੰਟੇ ਬੰਦਾ ਸੌਂ ਲੈਂਦਾ, ਬਸ 2-3 ਵਜੇ ਤਾਂ
नींद पूरी हो जाती, ਵੱਧ ਤੋਂ ਵੱਧ 4 ਵਜੇ तक नींद पूरी हो जाती है। पर महाराज कहने जोगी नूं कोई उठाउण वाला नहीं, कोई कहण वाला नहीं, ज्यों रज के सुते। अज फलाने थां न्याउंदा सी, उत्थे रोटी चंगी सी, उत्थे माड़ी सी, फलाने ने चंगी नहीं खवाई, यही देखते रहंदे ने। चंगियां खीरां खा के सतगुरु कहने सुते रहने हो। नींद जिहड़ी आ ओह घटाओ अपनी। फिर दया, क्षमा, तन, प्रीत। तन दा अर्थ है नाल, दया ते क्षमा दे नाल प्रीति करो। दया रखिया करो मन च। दया थोड़े मन च है नहीं, इस करके जदों बंदा दया का काम करे तो उन्होंने भगत कहा जाता है। जदों बंदे दे अंदर दया ही नहीं है तो फिर वह काहदी भगती करेगा। इस करके दया सारियां दा मुੱਢ है। फिर क्षमा करनी, किसी तो गलती हो गई, शराप दे के तो जिन्हों मर्जी साड़ दिओ। गलती हो गई तो शराप दे दिंदे सी पहले लोग। महाराज कहने क्षमा क्षमा करो, माफ करो। माफ करना बड़ा गुण है। ज्ञान क्षमा तह आप। जिथे क्षमा है उत्थे वाहिगुरु आप है, जिथे दया है उत्थे वाहिगुरु आप है, जिथे संतोख है उत्थे वाहिगुरु आप है। इस करके महाराज कहने इन्हां चंगियां चीज़ां नाल अपना प्रेम करो, दया दे नाल ते क्षमा दे नाल। माफ कर दिओ, छड़ दिओ इहनूं, कोई गल नहीं। क्योंकि आपां भी गलतियां नहीं, अपने तो भी गलतियां हो ही जांदियां, कदे दूजे तो भी हो जांदियां। जे तां आप गलती कर ली फिर तां कहना ये कोई नहीं, कोई खास गल नहीं होई। ये दूजा गलती कर ले फिर उन्होंने मार मार के अधमोया कर देना भी बड़ी गलती की वड्डी। तो महाराज कहने ऐसा ना करो, माफ कर दिया करो दूजिਆਂ ਨੂੰ। ਇਹ महापुरुषों ਦੀਆਂ निशानियां, गुरसिखां ਦੀਆਂ निशानियां ਹੁੰਦੀਆਂ ने। सील संतोख सदा निर्वाहिबो। फिर सील सुभाव होना, इस्त्री का पतिव्रता होना। ਉਹਨੂੰ ਇਹ सील है। सील के 5 अर्थ ने। इस्त्री ਲਈ ਤਾਂ सील सुभाव पतिव्रता होना, ਤੇ ਬੰਦੇ ਲਈ सील सुभाव ਜਿਹੜਾ शांतमई रहना। किसी ने कोई काम किया ਉਹਦਾ ਧੰਨਵਾਦੀ होना, ये भी लिखा सील सुभाव ਦੇ ਵਿੱਚ। सील सुभाव ठंडा सुभाव, बड़ा सील है बंदा है, कुछ नहीं कहता, कोई गल नहीं, माफ कर देने वाला। फिर महाराज कहने सील संतोख सदा निर्वाहिबो। इस गुण दे विच निभना करो, हमेशा संतोख रखो। सील सुभाव हवैबो त्रिगुणातीत। तिन्ना गुणों तो परे, रजो गुण, तमो गुण, सतो गुण तो परे हो के चौथे पद विच वरतो। ये क्योंकि तिन्ने गुण ही खराब करते हैं। देखण तो भावें चंगे ने, सतोगुण चंगा, पर सतोगुण तो अगे भी जाना, कला सतोगुण विच ही नहीं खड़ जाना। तमो ते रजोगुण तो आप पासे ही रहना। काम क्रोध अहंकार लोभ हठ मोह ना मन स्यों लियावै। ये मन दे विच नहीं लियाने, क्योंकि जदों ये मन दे विच आउण लग जाण तो उदों ये परेशान कर लग जाते हैं। महाराज कहते जोगी बनना, गुरसिख बनना, सिंह बनना, महापुरुष बनना, उन्हों के लक्षण दस रहे हैं। शुभ गुण किवें धारण करने ने। महाराज कहते कामी ना होवो, क्रोधी ना होवो, हंकारी ना होवो, लोभी ना होवो, हठ नहीं करना। हुण हठ 2 प्रकार का। एक हठ वो रब नूं मिलना, ये कहना मैं एक लत्त दे भार खड़ा, रब मैनूं मिल। ये गलत किस्म का हठ हो गया। जां मैं पानी विच खड़ गया 12 साल, मैं परमात्मा नूं मिलना, जिद कर लैनी परमात्मा नूं मिलण लई। ये जिहड़ी एक हठ जिद दी ढंग दा है, ये नहीं धारण करना। महाराज कहते जिद नहीं करनी। एक हठ होंदा, एक पासे आपां कहने हठियां जपियां तपियां दी कमाई दा ध्यान तर बोलो जी वाहिगुरू। वो हठी जपी तपी किहड़े ने ते ये हठी किहड़े ने? ये जिद्दी किस्म का हठ है। एक हठ होंदा कि चलो 5 पाठ सुखमनी साहब दे कर लिया, 6वां करके ही उठूंगा, ये तो कोई माड़ा नहीं है। एक वो भी जिद है भी मैं रोटी नहीं खानी, मैं आ चीज़ नहीं करनी। वो जिहड़े पुराने लोग करते सी, जिन्होंने हठ कीते ने, हठ नाल शरीर सुका ले, बीमारियां ला लियां,
ਉਹਨਾਂ ਲਈ ਸਤਿਗੁਰੂ ਕਹਿੰਦੇ। ਜਾਂ ਕਈ ਹੱਠ ਕਰਦੇ ਨੇ ਗਲਤ ਕਿਸਮ ਦਾ। ਅੱਜ ਤੋਂ 40-50 ਸਾਲ ਪਹਿਲਾਂ ਇੱਕ ਸਿੰਘ ਹਰਨੇਕ ਸਿੰਘ ਉਹਦਾ ਨਾਮ ਸੀ, ਲੁਧਿਆਣਾ ਜ਼ਿਲ੍ਹੇ 'ਚ ਖੰਡੂਰ ਪਿੰਡ ਪੈਂਦਾ, ਉੱਥੋਂ ਦਾ ਰਹਿਣ ਵਾਲਾ ਸੀ। ਬੜਾ ਭਜਨੀਕ ਸੀ, ਪਾਠ ਤਾਂ ਬੜਾ ਕਰਦਾ ਸੀ। ਪਾਠ 101 ਜਪਜੀ ਸਾਹਿਬ ਦਾ ਰੋਜ਼ ਕਰਨਾ। ਹੁਣ ਉਹਦੇ ਅੰਦਰ ਹੱਠ ਗਲਤ ਕਿਸਮ ਦਾ ਆ ਗਿਆ। ਗਲਤ ਹੱਠ ਇਹ ਆ ਗਿਆ, ਕਹਿੰਦਾ ਮੈਂ 40 ਦਿਨ 101 ਜਪਜੀ ਸਾਹਿਬ ਕਰੂੰ, ਜੇ ਮੈਨੂੰ 40ਵੇਂ ਦਿਨ ਮਹਾਰਾਜ ਨੇ ਨਾ ਦਰਸ਼ਨ ਦਿੱਤੇ ਫਿਰ ਮੈਂ ਗੋਲੀ ਮਾਰ ਕੇ ਮਰ ਜਾਊਂਗਾ। ਇਹ ਉਹਨਾਂ ਦਾ ਗਲਤ ਹੱਠ ਸੀ। ਬੜਾ ਸਮਝਾਇਆ, ਬਹੁਤਿਆਂ ਨੇ ਸਮਝਾਇਆ, ਮੰਨਿਆ ਨਾ। 40ਵੇਂ ਦਿਨ ਗੋਲੀ ਮਾਰ ਕੇ ਮਰ ਗਿਆ ਆਪੇ ਹੀ। ਇਹ ਜਿਹੜਾ ਹੱਠ ਹੈ ਨਾ, ਇਹ ਮਾੜਾ ਹੈ। ਮਹਾਰਾਜ ਨਾਲ ਆਪਾਂ ਕੋਈ ਹੁਕਮ ਥੋੜੀ ਕਰਨਾ, ਮਹਾਰਾਜ ਨਾਲ ਤਾਂ ਬੇਨਤੀਆਂ ਨੇ। ਪਾਵੋਂ ਦਾਨ ਢੀਠ ਹੋਏ ਮੰਗੋ, ਕੋਈ ਨਹੀਂ ਮੰਗਤਾ ਮੈਂ ਕੱਲ ਨੂੰ ਆ ਜਾਊਂਗਾ। ਮੈਂ ਕਿਹੜਾ ਕਿਤੇ ਹੋਰ ਮੰਗਤੇ ਨੇ, ਕਿਹੜਾ ਕਿਤੇ ਦਫ਼ਤਰ ਜਾਣਾ ਹੁੰਦਾ, ਤਾਈਆਂ ਤੋਂ ਢੀਠ ਬਣ ਕੇ ਉੱਥੇ ਹੀ ਖੜਾ। ਆਪਾਂ ਕਹਿੰਦੇ ਬਾਬਾ ਜਾ ਖਹਿੜਾ ਛੱਡ, ਉਹ ਕਹਿੰਦਾ ਮੈਂ ਜਾਣਾ, ਮੈਂ ਦੇ ਤਾਂ ਦੇ ਕੁਛ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੰਗਤਾ ਜੇ ਅੜ ਕੇ ਖੜ ਜੇ ਕੁਛ ਲੈ ਕੇ ਹੀ ਜਾਂਦਾ, ਤੁਸੀਂ ਵੀ ਅੜ ਕੇ ਖੜ ਜਾਓ। ਮਾਈ ਸੁਲੱਖਣੀ ਨਹੀਂ ਮੰਗ ਕੇ ਲੈ ਗਈ 7 ਪੁੱਤ। ਮਹਾਰਾਜ ਕਹਿੰਦੇ ਮੇਰੇ ਕੋਲੋਂ ਤਰੀਕੇ ਨਾਲ ਮੰਗ ਲਓ, ਪਰ ਜੇ ਤੁਸੀਂ ਕਹੋ ਵੀ ਹੱਠ ਨਾਲ ਲੈਣਾ ਕੁਛ, ਹੱਠ ਨਹੀਂ ਕਰਨਾ। ਹਾਂ ਉਹ ਹੱਠ ਠੀਕ ਹੈ ਕਿ ਬੈਠ ਕੇ ਸਿਮਰਨ ਕਰਨਾ 5 ਘੰਟੇ, ਚੱਲ ਘੰਟਾ ਹੋਰ ਬੈਠ ਹੀ ਜਾਵਾਂ, ਇਹ ਤਾਂ ਹੱਠ ਚੰਗਾ। ਪਰ ਜੇ ਆਖੋਂ ਹੋਰ ਪ੍ਰਕਾਰ ਦੀ ਜਿੱਦ ਕਰਨੀ, ਹੱਠ ਕਰਨਾ, ਉਹ ਹੱਠ ਮਾੜੇ ਨੇ। ਹੱਠ ਵੀ 2 ਤਰ੍ਹਾਂ ਦਾ, ਹੰਕਾਰ ਵੀ 2 ਤਰ੍ਹਾਂ ਦਾ, ਕਾਮ ਵੀ 2 ਤਰ੍ਹਾਂ ਦਾ। ਇਹ ਸਾਰੀਆਂ ਚੀਜ਼ਾਂ 2-2 ਤਰ੍ਹਾਂ ਦੀਆਂ ਨੇ। ਮੋਹ ਨਾ ਮਨ ਸਿਉ ਲਿਆਵੇ, ਮਹਾਰਾਜ ਕਹਿੰਦੇ ਮੋਹ ਨਾ ਮਨ ਦੇ ਵਿੱਚ ਲਿਆਵੇ। ਆ ਤਾਂ ਜਾਂਦਾ ਮੋਹ। ਬੜੇ ਬੜੇ ਵਿਸ਼ਿਸ਼ਟ ਮੁਨੀ ਵਰਗੇ, ਵਿਆਸ ਮੁਨੀ ਵਰਗੇ, ਦਸ਼ਰਥ ਜੀ ਵਰਗੇ, ਰਾਮਚੰਦਰ ਜੀ ਦਾ ਮੋਹ ਆਇਆ। ਜਦ ਤੱਕ ਰਾਮਚੰਦਰ ਜੀ ਦੇਖਦੇ ਰਹੇ, ਮਹਿਲਾਂ ਤੇ ਖੜ ਕੇ ਦੇਖਦੇ ਰਹੇ। ਜਾਂ ਰਾਮਚੰਦਰ ਜੀ ਦਿਸਣੋਂ ਹਟ ਗਏ, ਮਹਿਲਾਂ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਦਸ਼ਰਥ ਨੇ, ਮੋਹ ਕਰਕੇ। ਵਿਆਸ ਜੀ ਦੇ ਪੁੱਤਰ ਮਰ ਗਏ। ਵਿਆਸ ਜੀ ਨੇ ਵੀ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਪਰ ਮਰੇ ਨਹੀਂ। ਵਸ਼ਿਸ਼ਟ ਮੁਨੀ ਨੇ ਵੀ ਯਤਨ ਕੀਤਾ ਹੈ। ਮੋਹ ਕਰਕੇ ਸਾਰੇ ਕਰਦੇ ਨੇ, ਪਰ ਮਹਾਰਾਜ ਨੇ ਜੇ ਲਿਖਣ ਤੋਂ ਪਹਿਲਾਂ ਕਰਕੇ ਦਿਖਾਇਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰ ਮੋਹ ਨਹੀਂ ਕੀਤਾ। ਮਹਾਰਾਜ ਕਹਿੰਦੇ ਮੋਹ ਨਹੀਂ ਕਰਨਾ। ਇਹ ਠੀਕ ਹੈ, ਉਹ ਆਪਣਾ ਖਾਲਸਾ ਹੈ, ਕਿਤੇ ਨਹੀਂ ਗਏ, ਸਾਡੇ ਕੋਲ ਹੀ ਆ ਗਏ ਨੇ, ਪਰ ਮੋਹ ਨਾ ਮਨ ਸਿਉ ਲਿਆਵੇ। ਜੇ ਬੰਦਾ ਇੰਨੇ ਕਰਮ ਸਹੀ ਕਰ ਜਾਵੇ, ਤਬ ਹੀ ਆਤਮ ਤਤ ਕੋ ਦਰਸੇ। ਆਤਮ ਤਤ ਜੋ ਆਪਣੇ ਸਰੂਪ ਦਾ ਦਰਸ਼ਨ ਕਰ ਲੈਂਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਦਸਮ ਦੀ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥੋੜਾ ਥੋੜਾ ਫਰਕ ਹੈ। ਮਹਾਰਾਜ ਕਿਉਂਕਿ 10ਵੇਂ ਪਾਤਸ਼ਾਹ ਇੱਕ ਤੇ ਬਹੁਤਾ ਪਟਨਾ ਸਾਹਿਬ ਵੱਲ ਵੀ ਰਹੇ ਨੇ, ਇੱਕ ਤੇ ਬੋਲੀ ਮਹਾਰਾਜ ਨੇ ਲਗਭਗ ਉਹਨੇ ਬ੍ਰਿਜ ਭਾਸ਼ਾ ਨੂੰ ਕਾਫੀ ਵਰਤਿਆ, ਸੰਸਕ੍ਰਿਤ ਨੂੰ ਕਾਫੀ ਵਰਤਿਆ ਮਹਾਰਾਜ ਨੇ। ਇੱਥੇ ਚਾਹੀਦਾ ਤੁਸੀਂ ਪਰਮ ਪੁਰਖ ਕਹੋ ਪਾਵੈ, ਕਹੋ ਪਾਵੈ, ਪਰ ਹੁਣ ਇੱਥੇ ਤਾਂ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ। ਪਰਮ ਪੁਰਖ ਕਹਿ ਪਾਵੈ, ਕੱਕਾ ਤੇ ਹਾਹਾ ਮੁਕਤਾ ਹੀ ਲਿਖਿਆ ਹੋਇਆ। ਭਾਵ ਇੱਥੇ ਪਰਮ ਪੁਰਖ ਕਉ ਪਾਵੈ, ਕਹਿ ਦਾ ਅਰਥ ਹੀ ਕਉ ਹੈ। ਮਹਾਰਾਜ ਕਹਿੰਦੇ ਪਰਮ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਉਹ ਜੀਵ ਜਿਹੜਾ ਆਤਮ ਤਤ ਦੇ ਦਰਸ਼ਨ ਕਰਦਾ। ਇੰਨੇ ਸਾਰੇ ਪਿੱਛੇ ਦੱਸੇ ਅਸੂਲਾਂ ਨੂੰ ਨਿਭਾਵੇ। ਜਿਹੜਾ ਅਸੂਲ ਨਿਭਾਉਣੇ ਔਖੇ ਨਹੀਂ, ਆਪਣਾ ਮਨ ਬਣਾਓ। ਜੇ ਮਨ ਬਣਾ ਲਈਏ ਤਾਂ ਆਪਾਂ ਅਸੂਲ ਨਿਭਾ ਵੀ ਸਕਦੇ ਹਾਂ। ਮਹਾਰਾਜ ਇੰਨੇ ਅਸੂਲ ਨਿਭਾਉਣੇ ਔਖੇ ਹੈ। ਮਹਾਰਾਜ ਕਹਿੰਦੇ ਇਹ ਤਾਂ ਮੈਂ ਤੈਨੂੰ ਵੈਸੇ ਹੀ ਦੱਸੇ ਨੇ, ਕਰਾਵਾਂਗਾ ਤਾਂ ਮੈਂ ਤੈਨੂੰ ਖੁਦ ਹੀ ਕਰਾਵਾਂਗਾ ਸਾਰਾ ਕੁਝ। ਬਸ ਤੈਨੂੰ ਮੈਂ ਹੋਰ ਕੁਝ ਨਹੀਂ ਕਹਿੰਦਾ, ਤੈਨੂੰ ਇੱਕੋ ਗੱਲ ਕਹੀ, ਸਿਮਰਨ ਕਰੀ ਜਾ। ਇਹ ਸਾਰਾ ਕੁਝ ਸਿਮਰਨ ਦੇ ਵਿੱਚੋਂ ਪ੍ਰਗਟ ਹੋ ਜਾਣਾ। ਜਿੰਨਾ ਕੁਝ ਤੈਨੂੰ ਕਿਹਾ ਨਾ, ਜੇ ਤੂੰ ਸਿਮਰਨ ਕਰੇਗਾ, ਸੰਨਿਆਸਾ ਵੀ ਹੋ ਜਾਏਗਾ, ਉਦਾਸਾ ਵੀ ਹੋ ਜਾਏਗਾ, ਜਾਤ ਵੀ ਆ ਜਾਵੇਗਾ, ਮੱਜਨ ਵੀ ਹੋ ਜਾਵੇਗਾ, ਨੇਮ ਵੀ ਬਣ ਜਾਵੇਗਾ, ਗਿਆਨ ਵੀ ਹੋ ਜਾਏਗਾ, ਵਿਭੂਤੀ ਵੀ ਲੱਗ ਜਾਏਗੀ, ਥੋੜਾ ਵੀ ਖਾਣ ਲੱਗ ਜਾਏਗਾ, ਥੋੜਾ ਸੌਣ ਵੀ ਲੱਗ ਜਾਏਗਾ, ਦਇਆ ਵੀ ਤੇਰੇ 'ਚ ਆ ਜਾਵੇਗੀ, ਛਿਮਾ ਵੀ, ਸੀਲ ਸੰਤੋਖ ਵੀ ਆ ਜਾਵੇਗਾ, 3 ਗੁਣਾ ਤੋਂ ਅਤੀਤ ਵੀ ਹੋ ਜਾਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਬਚ ਜਾਵੇਗਾ,
बस एक काम कर लै, वाहे गुरु वाहे गुरु। वाहे गुरु वाहे गुरु। फिर उपदेश कहते ने बचन, राम कली पातशाही 10वीं, राम कली राग 10वें पातशाह महाराज बख्शिश करते ने। रे मन, कल भी कहते सी मन नहीं समझाउणा दूजे नूं, फिर कहते रे मन ये विद जोग कमाओ। सामने किन्ने जाने बैठे होण उन्हां नूं नहीं कहते, उत्तम वक्ते की निशानी है अपने आप नूं कह के दूजे नूं समझाउणा। रे मन, हुण तां आपां अपने मन नूं ही कहांगे ये विद जोग कमाओ, इस तरीके नाल जोग की साधना साधो, इस तरह जोग का कमाउणा करो कि वो जिहड़ियां सारियां चीज़ां ने, सुआह मलनी, पुट्ठे लटकना, पानी च खड़ना, जिन्ना भी कुछ है तेरा जोग दा वो काम नहीं आउणा। सिंगी हुंदी है, सो बजाउण वास्ते जो रोटी तैयार होगी जां खुशी च आके सिंग जिहा हुंदा एक हरन दा, वो बजाउंदे ने। महाराज कहते एवें फालतू दिखावे जे करी जाना। कई चीज़ां फैशनेबल जिहियां हुंदियां ने, तुसीं हथ ला के पुछो भी आह की है, वो ये कहते लोकां नूं खिच्चण वास्ते एवें ही है, ਇਹਦਾ मतलब कोई नहीं। दुनिया अंदर किसी चीज़ का कोई मतलब नहीं हुंदा है, पर जदों फैशनेबल चीज़ां आ जांदियां ने डेकोरेशन च, आपां पुछो ये की है, कहते बस देखी चल, हथ ना ला। दुनिया नूं भरमाउण लई डेकोरेशन की जाती है। इस तरह जोगी ने सिंगी हथ फड़ी सी कि पता नहीं की फड़िया होया, पता नहीं की मंत्र मार देवेगा ये। महाराज कहते सिंगी साच, सच दी सिंगी फड़ जे फड़नी है, सिंगी फड़ के झूठ बोले जाना, सिंगी फड़ के नाम नहीं जपदा, ये सिंगी का की फायदा। 10वें पातशाह कहने तू होर किसे नूं भरमाई, मैनू नहीं भरमा सकदा तू, लोकां नूं जरूर चक्कर च पा लेंगा। पता नहीं बाबे ने हथ की फड़िया, सिंगी जी की फड़ी फिरदा, पता नहीं गिद्दड़ सिंगी आ। वो जोगी जे किसे आउणगे घरे, वो सिंगी जी एवें दे मोढे लाने सिर ते रख देणगे, 2 मिनट तो आपां भी इंप्रैसिव हो जाते हैं। लै भी पता नहीं अज बाबा ला तां गया सिर नूं, देखो की बनदा हुण, पता नहीं मैं हुण करोड़ांपति बन जाना, पता नहीं हुण मेरा की बन जाए, बनदा कुछ नहीं हुंदा। महाराज कहने सिंगी साच, सच दी सिंगी फड़। फिर महाराज कहने रुद्राक्ष की वड्डी सारी माला पाई हुई है, ऊँ कपट करदा फिरदा लोकां दे नाल। एवें एक अद्धा रुद्राक्ष थैले जे जो कढ़ के देणगे, संधूर जिहा ला के, लै बच्चा इहनूं अपनी गोलक च रखी, देखी माया वधदी फिर। आपां भी खुश हो के 101 रुपया दिंदे उहनूं, ਉਹ ਸਾਡੇ ਨਾਲ ਤਾਂ ਉਹੀ ਚੰਗਾ ਰਿਹਾ, 101 ਲੈ ਕੇ ਚਲਿਆ ਗਿਆ ਤੇ ਸਾਨੂੰ ਤਾਂ ਉਹ ਦੇ ਗਿਆ ਇੱਕ ਰੁਦਰਾਕਸ਼। ਸਾਡੀ ਮਾਇਆ ਵਧਣੀ ਖਾਣੀ ਨਹੀਂ ਵਧਣੀ, ਉਹਦੀ ਤਾਂ ਵਧ ਗਈ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਕਪਟ ਕਰਦਾ ਹੈ, ਅਕਪਟ ਕੰਠਲਾ, ਇਹ ਕੰਠਲਾ ਕੰਠ ਵਿੱਚ ਪਾਉਣ ਵਾਲਾ ਰੁਦਰਾਕਸ਼ ਦਾ ਕੈਂਠਾ ਪਾਇਆ ਹੋਇਆ, ਅਸਲ ਕੰਠਾ ਹੈ ਅਕਪਟ ਜੀਵਨ। ਜਿਹੜੇ ਬੰਦੇ ਦਾ ਜੀਵਨ ਕਪਟੀ ਹੈ ਉਹ ਕੰਠਲਾ ਪਾ ਕੇ ਕੀ ਕਰੂਗਾ, ਤੇ ਭਾਵੇਂ 10 ਰੁਦਰਾਕਸ਼ ਦੀਆਂ ਮਾਲਾਂ ਪਾ ਲਵੇ। ਇਸ ਕਰਕੇ ਆਪਣੇ ਜੀਵਨ ਨੂੰ ਅਕਪਟ ਬਣਾਓ। ਮਹਾਰਾਜ ਨੇ ਪਹਿਲਾਂ ਕਹਿਤਾ ਕਿ ਮੈਂ ਕਿਸੇ ਤੋਂ ਡਰਨਾ ਨਹੀਂਗਾ। ਜੇ ਕੋਈ ਕਹੇ ਵੀ ਪੁਰਾਣੇ ਬ੍ਰਹਮ ਗਿਆਨੀਆਂ ਵਾਂਗੂ, ਉਹ ਥੋੜਾ ਜਿਹਾ ਝਿਜਕਦੇ ਸੀ, ਇਸ ਕਰਕੇ ਕਿਉਂਕਿ ਉਹ ਉਹਨਾਂ ਦੇ ਅਧੀਨ ਸੀਗੇ। महाराज कहते मैं तो किसी के अधीन नहीं हैगा, मैं तो सारी गल क्लीयर करूँगा, साफ साफ गल करूँगा। ध्यान विभूत चढ़ाओ, कहते विभूति पिंडे नूं मलण की लोड़ नहीं, जिहड़ा परमेश्वर च ध्यान लाउणा यही विभूति है। शरीर यही दिखाउणा ना, कहते मुर्दा
ਸੁਆਹ ਮਲਣ ਦਾ ਮਤਲਬ ਕੀ ਹੈ? ਜੇ ਪੁੱਛਿਆ ਸੁਆਹ ਕਿਉਂ ਮਲੀ, ਕਹਿੰਦੇ ਹਮ ਤੋਂ ਜਿਉਂਦੇ ਹੀ ਮਰੇ ਹੋਏ ਆ।